ਅੱਜ ਅਸੀਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਨੰਬਰ 4 ਪਦਾਰਥ ਧਾਤਾਂ ਅਤੇ ਅਧਾਤਾਂ ਮਟੀਰੀਅਲਸ ਮੈਟਲਸ ਐਂਡ ਨੌਨ ਮੈਟਲਸ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪਦਾਰਥ ਸਾਨੂੰ ਇਸ ਵੱਖ-ਵੱਖ ਤਸਵੀਰਾਂ ਵਿੱਚ ਦਿਖ ਰਹੇ ਹਨ। ਤੁਸੀਂ ਇਹਨਾਂ ਪਦਾਰਥਾਂ ਦੇ ਨਾਮ ਵੀ ਦੇਖ ਰਹੇ ਹੋ। ਸਾਡੇ ਕੋਲ ਪਹਿਲਾ ਹੈ ਲੋਹਾ, ਫਿਰ ਹੈ ਸੋਨਾ, ਐਲੂਮੀਨੀਅਮ, ਕੋਲਾ ਅਤੇ ਸਲਫਰ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਪਦਾਰਥਾਂ ਵਿੱਚ ਕੀ ਸਮਾਨਤਾ ਹੈ ਜਾਂ ਇਹਨਾਂ ਵਿੱਚ ਕੀ ਅੰਤਰ ਹਨ? ਕੁਝ ਵਿਦਿਆਰਥੀ ਸੋਚ ਰਹੇ ਹੋਣਗੇ ਜਿਵੇਂ ਲੋਹਾ ਹੈ, ਸੋਨਾ ਹੈ, ਐਲੂਮੀਨੀਅਮ ਹੈ, ਇਹ ਚਮਕਦਾਰ ਹਨ, ਇਹ ਮਜ਼ਬੂਤ ਹਨ। ਇਸ ਦੇ ਮੁਕਾਬਲੇ ਕੋਲਾ ਦਿਖਾਈ ਦੇ ਰਿਹਾ ਹੈ ਜੋ ਭੁਰ ਜਾਂਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਵੱਖ-ਵੱਖ ਤਰ੍ਹਾਂ ਦੇ ਜਵਾਬ ਆ ਰਹੇ ਹੋਣਗੇ। ਸੋ ਅਸੀਂ ਧਾਤਾਂ ਅਤੇ ਅਧਾਤਾਂ, ਜੋ ਕਿ ਇਹਨਾਂ ਵਿੱਚੋਂ ਕੁਝ ਧਾਤਾਂ ਹਨ ਅਤੇ ਕੁਝ ਅਧਾਤਾਂ ਹਨ, ਦੇ ਬਾਰੇ ਉਹਨਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦੀ ਚਰਚਾ ਕਰਾਂਗੇ ਅਤੇ ਨਾਲ ਇਹਦੇ ਬਾਰੇ ਜਾਣਾਂਗੇ। ਸੋ ਸਭ ਤੋਂ ਪਹਿਲਾਂ ਦੇਖਾਂਗੇ ਕਿ ਇਸ ਪਾਠ ਵਿੱਚ ਅਸੀਂ ਕੀ ਪੜ੍ਹਨਾ ਹੈ। ਸਭ ਤੋਂ ਪਹਿਲਾਂ ਆਪਾਂ ਧਾਤਾਂ ਅਤੇ ਅਧਾਤਾਂ ਦੇ ਭੌਤਿਕ ਗੁਣਾਂ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਧਾਤਾਂ ਅਤੇ ਅਧਾਤਾਂ ਦੇ ਰਸਾਇਣਿਕ ਗੁਣ ਦੀ ਚਰਚਾ ਕਰਾਂਗੇ। ਫਿਰ ਵਿਸਥਾਪਨ ਪ੍ਰਤੀਕਿਰਿਆ ਅਤੇ ਉਸ ਤੋਂ ਬਾਅਦ ਧਾਤਾਂ ਅਤੇ ਅਧਾਤਾਂ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਕਿੱਥੇ ਵਰਤੋਂ ਹੁੰਦੀ ਹੈ ਉਹਦੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਪ੍ਰੀਕਾਸ਼ਨ ਦੇਣੀ ਚਾਹੁੰਦਾ ਹਾਂ ਸਾਰੇ ਵਿਦਿਆਰਥੀਆਂ ਨੂੰ ਕਿ ਇਸ ਪਾਠ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਆਉਣਗੀਆਂ, ਪ੍ਰਤੀਕਿਰਿਆਵਾਂ, ਕਿਰਿਆਵਾਂ। ਇਹ ਕਿਸੇ ਵੀ ਕਿਰਿਆ ਨੂੰ ਵਿਦਿਆਰਥੀ ਨੇ ਆਪਣੇ ਘਰ ਵਿੱਚ ਨਹੀਂ ਕਰਕੇ ਦੇਖਣਾ ਅਤੇ ਆਪਣੇ ਅਧਿਆਪਕ ਦੀ ਗੈਰ ਮੌਜੂਦਗੀ, ਗੈਰ ਹਾਜ਼ਰੀ ਤੋਂ ਬਿਨਾਂ ਇਹ ਕਿਰਿਆ ਨਹੀਂ ਕਰਨੀ। ਸਭ ਤੋਂ ਪਹਿਲਾਂ ਧਾਤਾਂ ਅਤੇ ਅਧਾਤਾਂ ਦੇ ਭੌਤਿਕ ਗੁਣਾਂ ਦੀ ਗੱਲ ਕਰਾਂਗੇ। ਪਹਿਲੀ ਜੋ ਹੈ ਉਸ ਦਾ ਭੌਤਿਕ ਗੁਣ ਉਹ ਹੈ ਕੁਟੀਨਸ਼ੀਲਤਾ, ਜਿਹਦੀ ਗੱਲ ਕਰਾਂਗੇ। ਬੱਚਿਓ, ਤੁਸੀਂ ਦੇਖਿਆ ਹੋਵੇਗਾ ਕਿ ਲੋਹਾਰ ਲੋਹੇ ਨੂੰ ਕੁੱਟ ਕੇ ਉਹਨੂੰ ਚਾਦਰਾਂ ਦਾ ਰੂਪ ਦਿੰਦਾ ਹੈ ਜਾਂ ਵੱਖ-ਵੱਖ ਤਰ੍ਹਾਂ ਦੇ ਔਜ਼ਾਰਾਂ ਦਾ ਰੂਪ ਦਿੰਦਾ ਹੈ। ਸੋ ਕਿਸੇ ਪਦਾਰਥ ਦਾ ਉਹ ਗੁਣ ਜਿਸ ਰਾਹੀਂ ਉਸ ਨੂੰ ਕੁੱਟ ਕੇ ਕਿਸੇ ਵੀ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕੇ, ਉਹ ਉਹਦੀ ਕੁਟੀਨਸ਼ੀਲਤਾ ਅਖਵਾਉਂਦਾ ਹੈ। ਸਾਡੇ ਕੋਲ ਇੱਥੇ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਲੋਹੇ ਦੀ ਚਾਦਰ ਦਿਖਾਈ ਦੇ ਰਹੀ ਹੈ। ਲੋਹਾ ਇੱਕ ਧਾਤ ਹੈ, ਸੋ ਧਾਤ ਇੱਕ ਕੁਟੀਨਸ਼ੀਲ ਪਦਾਰਥ ਹੈ, ਆਪਾਂ ਇਹ ਕਹਿ ਸਕਦੇ ਹਾਂ। ਦੂਸਰੇ ਚਿੱਤਰ ਵਿੱਚ ਸਾਡੇ ਕੋਲ ਐਲੂਮੀਨੀਅਮ ਦੀ ਫੋਇਲ ਦਿਖਾਈ ਦੇ ਰਹੀ ਹੈ। ਇਸ ਵਿੱਚ ਤੁਸੀਂ ਆਪਣੀ ਚਪਾਤੀ ਵੀ ਲਪੇਟਦੇ ਹੋ, ਰੋਟੀ ਲਪੇਟਦੇ ਹੋ, ਜੋ ਕਿ ਗਰਮ ਰਹਿੰਦੀ ਹੈ। ਉਹ ਆਪਾਂ ਅੱਗੇ ਗੱਲ ਕਰਾਂਗੇ ਗਰਮ ਕਿਉਂ ਰਹਿੰਦੀ ਹੈ। ਸੋ ਇਹ ਦੋਵੇਂ ਐਲੂਮੀਨੀਅਮ ਅਤੇ ਲੋਹਾ ਧਾਤਾਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਾਤਾਂ ਹਨ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਧਾਤਾਂ ਜੋ ਹਨ ਉਹ ਕੁਟੀਨਸ਼ੀਲ ਹੁੰਦੀਆਂ ਹਨ। ਪਰ ਆਪਾਂ ਇਹ ਤੀਜੇ ਚਿੱਤਰ ਵਿੱਚ ਗੱਲ ਕਰੀਏ ਤਾਂ ਮੇਰੇ ਕੋਲ ਇੱਕ ਪੈਨਸਿਲ ਹੈ। ਪੈਨਸਿਲ ਦਾ ਸਿੱਕਾ ਟੁੱਟ ਗਿਆ ਹੈ। ਪੈਨਸਿਲ ਦੇ ਸਿੱਕੇ ਨੂੰ ਤਾਂ ਕੁੱਟਣ ਦੀ ਲੋੜ ਵੀ ਨਹੀਂ ਪੈਂਦੀ। ਜਦੋਂ ਆਪਾਂ ਇਹਨੂੰ ਹਲਕਾ ਜਿਹਾ ਕਿਸੇ ਚੀਜ਼ 'ਚ ਮਾਰਦੇ ਹਾਂ ਜਾਂ ਸ਼ਾਰਪਨਰ ਨਾਲ ਸ਼ਾਰਪ ਕਰਨ ਲੱਗਦੇ ਹਾਂ ਤਾਂ ਉਦੋਂ ਵੀ ਇਹ ਟੁੱਟ ਜਾਂਦਾ ਹੈ। ਅਸਲ ਵਿੱਚ ਬੇਟਾ ਇਹ ਪੈਨਸਿਲ ਦਾ ਸਿੱਕਾ ਜੋ ਹੈ ਉਹ ਗ੍ਰੇਫਾਈਟ ਹੁੰਦਾ ਹੈ ਅਤੇ ਗ੍ਰੇਫਾਈਟ ਕਾਰਬਨ ਦਾ ਇੱਕ ਰੂਪ ਹੈ ਅਤੇ ਕਾਰਬਨ ਸਾਡੇ ਕੋਲ ਇੱਕ ਅਧਾਤ ਹੈ। ਸੋ ਅਧਾਤ ਨੂੰ ਆਪਾਂ ਕੁੱਟ ਕੇ ਆਪਣੀ ਮਰਜ਼ੀ ਨਾਲ ਕਿਸੇ ਵੀ ਆਕਾਰ 'ਚ ਪਰਿਵਰਤਿਤ ਨਹੀਂ ਕਰ ਸਕਦੇ। ਬਹੁਤੀਆਂ ਧਾਤਾਂ ਵਿੱਚ ਇਹ ਕੁਟੀਨਸ਼ੀਲਤਾ ਨਹੀਂ ਹੁੰਦੀ। ਲਗਭਗ ਸਾਰੀਆਂ ਧਾਤਾਂ ਵਿੱਚ ਕੁਟੀਨਸ਼ੀਲਤਾ ਨਹੀਂ ਹੁੰਦੀ। ਆਪਾਂ ਇਹ ਕਹਿ ਸਕਦੇ ਹਾਂ ਕਿ ਧਾਤਾਂ ਜੋ ਹਨ ਉਹ ਭੁਰਭੁਰੀਆਂ ਹੁੰਦੀਆਂ ਹਨ। ਅਸੀਂ ਇਸ ਚਰਚਾ ਵਿੱਚੋਂ ਦੋ ਗੁਣ ਆਪਾਂ ਧਾਤਾਂ ਦੇ ਦੇਖ ਲਏ ਹਨ। ਇੱਕ ਤਾਂ ਧਾਤਾਂ ਕਠੋਰ ਹੁੰਦੀਆਂ ਹਨ ਅਤੇ ਦੂਜਾ ਕੁਟੀਨਸ਼ੀਲ ਹੁੰਦੀਆਂ ਹਨ। ਦੂਸਰੇ ਪਾਸੇ ਧਾਤਾਂ ਦੀ ਗੱਲ ਕਰੀਏ ਤਾਂ ਉਹ ਨਰਮ ਹੁੰਦੀਆਂ ਹਨ ਅਤੇ ਭੁਰਭੁਰੀਆਂ ਹੁੰਦੀਆਂ ਹਨ। ਸੋ ਅੱਗੇ ਹੈ ਸਾਡੇ ਕੋਲ ਖਿਚਣਸ਼ੀਲਤਾ। ਹੁਣ ਬੇਟਾ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਕੋਲ ਬਿਜਲੀ ਦੀਆਂ ਤਾਰਾਂ ਕਿਸ ਪਦਾਰਥ ਦੀਆਂ ਬਣੀਆਂ ਹੁੰਦੀਆਂ ਹਨ। ਤੁਸੀਂ ਕਦੀ ਨੋਟ ਕੀਤਾ ਹੋਵੇਗਾ ਕਿ ਉਹ ਤਾਂਬੇ ਦੀਆਂ ਜਾਂ ਐਲੂਮੀਨੀਅਮ ਦੀਆਂ ਬਣੀਆਂ ਹੁੰਦੀਆਂ ਹਨ। ਇਹ ਸਾਡੇ ਕੋਲ ਚਿੱਤਰ ਵਿੱਚ ਤਾਂਬੇ ਦੀ ਤਾਰ ਦਿਖਾਈ ਦੇ ਰਹੀ ਹੈ। ਸੋ ਪਦਾਰਥਾਂ ਦਾ ਉਹ ਗੁਣ
ਜਿਸ ਵਿੱਚ ਕਿਸੇ ਪਦਾਰਥ ਨੂੰ ਖਿੱਚ ਕੇ ਉਹਨਾਂ ਨੂੰ ਤਾਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕੇ, ਉਹਦੀ ਖਿਚਣਸ਼ੀਲਤਾ ਅਖਵਾਉਂਦਾ ਹੈ। ਸੋ ਇੱਥੇ ਤਾਂਬਾ ਸਾਡੇ ਕੋਲ ਇੱਕ ਧਾਤ ਹੈ, ਸੋ ਇੱਕ ਖਿਚਣਸ਼ੀਲ ਪਦਾਰਥ ਹੈ। ਇਸ ਤੋਂ ਇਲਾਵਾ ਆਪਾਂ ਲਗਭਗ ਸਾਰੀਆਂ ਧਾਤਾਂ ਨੂੰ ਖਿੱਚ ਕੇ ਉਹਨਾਂ ਨੂੰ ਤਾਰਾਂ ਵਿੱਚ ਪਰਿਵਰਤਿਤ ਕਰ ਸਕਦੇ ਹਾਂ। ਦੂਜੇ ਚਿੱਤਰ ਵਿੱਚ ਸਾਡੇ ਕੋਲ ਫਿਰ ਉਹੀ ਕਾਰਬਨ ਦਾ ਰੂਪ ਗ੍ਰੇਫਾਈਟ, ਜੋ ਕਿ ਇੱਕ ਧਾਤ ਹੈ, ਇਹਨੂੰ ਆਪਾਂ ਖਿੱਚ ਕੇ ਤਾਰਾਂ ਵਿੱਚ ਪਰਿਵਰਤਿਤ ਨਹੀਂ ਕਰ ਸਕਦੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਧਾਤਾਂ ਖਿਚਣਸ਼ੀਲ ਹੁੰਦੀਆਂ ਹਨ ਅਤੇ ਅਧਾਤਾਂ ਖਿਚਣਸ਼ੀਲ ਨਹੀਂ ਹੁੰਦੀਆਂ। ਅਗਲਾ ਗੁਣ ਹੈ ਸਾਡੇ ਕੋਲ ਬਿਜਲੀ ਚਾਲਨ। ਇਸ ਵਿੱਚ ਅਸੀਂ ਇਹ ਚੈੱਕ ਕਰਾਂਗੇ ਕਿ ਧਾਤਾਂ ਅਤੇ ਅਧਾਤਾਂ ਬਿਜਲੀ ਦਾ ਚਾਲਨ ਕਰਦੀਆਂ ਹਨ ਕਿ ਨਹੀਂ। ਆਓ ਅਸੀਂ ਇਸ ਵੀਡੀਓ ਰਾਹੀਂ ਦੇਖਦੇ ਹਾਂ। ਸਾਡੇ ਕੋਲ ਇੱਥੇ ਇੱਕ ਇਲੈਕਟ੍ਰਿਕ ਸਰਕਟ ਹੈ। ਤੁਸੀਂ 7ਵੀਂ ਜਮਾਤ 'ਚ ਪੜ੍ਹ ਚੁੱਕੇ ਹੋ ਬਿਜਲਈ ਸਰਕਟ ਬਾਰੇ। ਦੇਖੋ ਬੇਟਾ, ਇਹ ਬਿਜਲਈ ਸਰਕਟ ਵਿੱਚ ਇੱਕ ਤਾਰ ਨੂੰ ਆਪਾਂ ਖਾਲੀ ਥਾਂ ਛੱਡੀ ਹੋਈ ਹੈ, ਇਸ ਕਰਕੇ ਬਲਬ ਨਹੀਂ ਜਗ ਰਿਹਾ। ਇਹਦੇ ਵਿੱਚ ਅਸੀਂ ਵਾਰੀ-ਵਾਰੀ ਧਾਤਾਂ ਅਤੇ ਅਧਾਤਾਂ ਦਾ ਟੈਸਟ ਕਰਾਂਗੇ। ਸਭ ਤੋਂ ਪਹਿਲਾਂ ਲੋਹਾ ਲਿਆ ਹੈ। ਲੋਹਾ ਕੀ ਹੈ? ਇੱਕ ਧਾਤ। ਜਦੋਂ ਇਹਨੂੰ ਸਰਕਟ ਵਿੱਚ ਲਗਾਇਆ ਤਾਂ ਸਰਕਟ ਪੂਰਾ ਹੋ ਗਿਆ। ਹੁਣ ਦੇਖਦੇ ਹਾਂ ਕਿ ਸਰਕਟ ਵਿੱਚ ਇਹ ਬਲਬ ਜਗਦਾ ਹੈ ਕਿ ਨਹੀਂ। ਸੋ ਲੋਹਾ ਲਗਾਉਣ 'ਤੇ ਸਰਕਟ ਵਿੱਚ ਬਲਬ ਜਗ ਗਿਆ ਹੈ। ਇਹਦਾ ਮਤਲਬ ਧਾਤ ਬਿਜਲੀ ਦੀ ਇੱਕ ਚੰਗੀ ਚਾਲਕ ਹੈ। ਦੂਸਰਾ ਅਸੀਂ ਲਗਾਇਆ ਸਲਫਰ। ਸਲਫਰ ਨੂੰ ਸਰਕਟ ਵਿੱਚ ਲਗਾਉਣ 'ਤੇ ਇਹ ਨਹੀਂ ਜਗਿਆ ਬਲਬ। ਸੋ ਸਲਫਰ ਕੀ ਹੈ? ਇੱਕ ਅਧਾਤ। ਤੋ ਇਹ ਤੋਂ ਕੀ ਸਿੱਧ ਹੁੰਦਾ ਹੈ ਕਿ ਅਧਾਤਾਂ ਜੋ ਹਨ ਉਹ ਬਿਜਲੀ ਦੀਆਂ ਕੀ ਹੁੰਦੀਆਂ ਹਨ? ਕੁਚਾਲਕ ਹੁੰਦੀਆਂ ਹਨ। ਸੋ ਬਿਜਲੀ ਦਾ ਚਾਲਨ ਨਹੀਂ ਕਰਦੀਆਂ। ਇਸ ਤੋਂ ਬਾਅਦ ਹੈ ਬੇਟਾ ਤਾਪ ਦਾ ਚਾਲਨ। ਸੋ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਤੁਹਾਡੇ ਘਰਾਂ ਵਿੱਚ ਵੱਖ-ਵੱਖ ਭਾਂਡਿਆਂ 'ਤੇ ਕੁੱਕਰ, ਫਰਾਈ ਪੈਨ ਜਾਂ ਹੋਰ ਕਿਸੇ ਬਰਤਨ ਦੇ ਜਿਹਨਾਂ ਦੇ ਹੈਂਡਲ ਹੁੰਦਾ ਹੈ, ਉਹਨਾਂ ਦੇ ਹੈਂਡਲ ਦੇ ਉੱਤੇ ਕੋਈ ਪਲਾਸਟਿਕ ਜਾਂ ਲੱਕੜ ਦਾ ਕੋਈ ਮੁੱਠ ਚੜ੍ਹੀ ਹੁੰਦੀ ਹੈ। ਸੋ ਤੁਸੀਂ ਕਦੀ ਸੋਚਿਆ ਕਿ ਅਜਿਹਾ ਕਿਉਂ ਹੁੰਦਾ ਹੈ? ਉਹ ਹੈਂਡਲ ਦੇ ਉੱਤੇ ਵੱਖਰਾ ਪਦਾਰਥ ਦੀ ਇਨਸੂਲੇਸ਼ਨ ਕਰਨ ਦੀ ਲੋੜ ਕਿਉਂ ਪਈ? ਕਿਉਂ? ਇਹਦਾ ਕਾਰਨ ਹੈ ਕਿ ਜੋ ਸਾਡੀਆਂ ਧਾਤਾਂ ਹਨ ਉਹ ਤਾਪ ਦੀਆਂ ਚੰਗੀਆਂ ਚਾਲਕ ਹਨ। ਭਾਵ ਅਗਰ ਅਸੀਂ ਇੱਕ ਧਾਤ ਨੂੰ ਗਰਮ ਕਰਦੇ ਹਾਂ ਤਾਂ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਆਪਣਾ ਤਾਪ ਨੂੰ ਪ੍ਰਵਾਹਿਤ ਕਰਦੀ ਹੈ। ਸੋ ਜੇਕਰ ਅਸੀਂ ਇਹਦੇ ਉੱਤੇ ਹੈਂਡਲ ਕਿਸੇ ਪਲਾਸਟਿਕ ਜਾਂ ਲੱਕੜ ਦਾ ਨਹੀਂ ਚੜ੍ਹਾਇਆ ਹੋਏਗਾ, ਇੱਦਾਂ ਦੇ ਪਦਾਰਥ ਦਾ, ਤੋ ਤਾਪ ਚਾਲਨ ਹੋ ਕੇ ਹੈਂਡਲ ਤੱਕ ਆਏਗਾ ਅਤੇ ਜਿਹਦੇ ਕਰਕੇ ਸਾਡੇ ਹੱਥ ਸੜ ਸਕਦੇ ਹਨ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਧਾਤਾਂ ਬਿਜਲੀ ਦੀਆਂ ਚੰਗੀਆਂ ਚਾਲਕ ਹਨ। ਇਸ ਤੋਂ ਇਲਾਵਾ ਜੇ ਧਾਤਾਂ ਦੀ ਗੱਲ ਕਰੀਏ ਤਾਂ ਧਾਤਾਂ ਤਾਪ ਦਾ ਚਾਲਨ ਨਹੀਂ ਕਰਦੀਆਂ। ਜਿਸ ਤਰ੍ਹਾਂ ਉਹ ਬਿਜਲੀ ਦੀਆਂ ਕੁਚਾਲਕ ਹਨ, ਉਸੇ ਤਰ੍ਹਾਂ ਹੀ ਧਾਤਾਂ ਯਾਨੀ ਕਿ ਨੌਨ ਮੈਟਲਸ ਤਾਪ ਦੀਆਂ ਵੀ ਕੁਚਾਲਕ ਹਨ। ਸੋ ਅੱਗੇ ਹੈ ਧੁਨਿਕ ਗੁਣ। ਬੱਚਿਓ, ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡੇ ਸਾਈਕਲ ਦੀ ਜਿਹੜੀ ਘੰਟੀ ਹੈ ਉਹ ਕਿਸੇ ਲੋਹੇ ਆਦਿ ਪਦਾਰਥ ਦੀ, ਭਾਵ ਕਿਸੇ ਧਾਤ ਆਦਿ ਦੀ ਹੀ ਕਿਉਂ ਬਣੀ ਹੁੰਦੀ ਹੈ? ਇਹ ਲੱਕੜ ਦੀ ਜਾਂ ਪਲਾਸਟਿਕ ਦੀ ਕਿਉਂ ਨਹੀਂ ਬਣੀ ਹੁੰਦੀ? ਲੋਹਾ ਕੀ ਹੈ? ਇੱਕ ਧਾਤ ਹੈ। ਸੋ ਧਾਤ ਦੀ ਹੀ ਕਿਉਂ ਬਣੀ ਹੁੰਦੀ ਹੈ? ਤੁਸੀਂ ਕਦੀ ਕਿਸੇ ਲੋਹੇ ਦੀ ਵਸਤੂ ਨੂੰ ਫਰਸ਼ 'ਤੇ ਸੁੱਟ ਕੇ ਦੇਖੋ ਤਾਂ ਕੀ ਹੁੰਦਾ ਹੈ? ਉਹ ਇੱਕ ਆਵਾਜ਼ ਪੈਦਾ ਕਰਦੀ ਹੈ। ਹੋਰ ਸੌਖਾ ਕਰਨ ਲਈ ਤੁਹਾਨੂੰ ਇੱਕ ਹੋਰ ਚਿੱਤਰ ਦਿਖਾਉਂਦੇ ਹਾਂ ਤਾਂ ਕਲੈਰਿਟੀ ਹੋਏਗੀ। ਹਾਂਜੀ ਬੇਟਾ, ਇਸ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਮੰਦਿਰ ਦੇ ਵਿੱਚ ਘੰਟੀਆਂ ਲੱਗੀਆਂ ਹੋਈਆਂ ਹਨ। ਇਹ ਵੀ ਕਿਸੇ ਧਾਤ ਦੀਆਂ ਹੀ ਹਨ। ਤੋ ਜਦੋਂ ਘੰਟੀ ਨੂੰ ਹਿਲਾਇਆ ਜਾਂਦਾ ਹੈ ਤਾਂ ਇਸ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ, ਧੁਨੀ ਪੈਦਾ ਹੁੰਦੀ ਹੈ। ਸੋ ਇਹ ਸਾਰੀਆਂ ਧਾਤਾਂ ਦੀਆਂ ਬਣੀਆਂ ਹੁੰਦੀਆਂ ਹਨ। ਅਤੇ ਧਾਤਾਂ ਦਾ ਵੀ ਇਹ ਗੁਣ ਹੈ, ਇੱਕ ਹੋਰ ਗੁਣ, ਕਿ ਉਹ ਕਿਸੇ ਕਠੋਰ ਸਤਹਾਂ
ਟਕਰਾਉਣ 'ਤੇ ਧੁਨੀ ਪੈਦਾ ਕਰਦੀਆਂ ਹਨ। ਦੂਜੇ ਪਾਸੇ ਜੇ ਆਪਾਂ ਧਾਤਾਂ ਦੀ ਗੱਲ ਕਰੀਏ ਤਾਂ ਉਹ ਧੁਨੀ ਪੈਦਾ ਨਹੀਂ ਕਰਦੀਆਂ। ਸੋ ਆਪਾਂ ਹੁਣ ਤੱਕ ਸਾਰੀਆਂ ਧਾਤਾਂ ਦੇ ਭੌਤਿਕ ਗੁਣਾਂ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਇੱਕ ਹੋਰ ਭੌਤਿਕ ਗੁਣ ਹੁੰਦਾ ਹੈ ਜੋ ਆਪਾਂ ਇਹਦੇ ਵਿੱਚ ਚਰਚਾ ਨਹੀਂ ਕਰ ਸਕੇ, ਪਰ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਸਾਰੀਆਂ ਧਾਤਾਂ ਜੋ ਹਨ ਉਹ ਚਮਕਦਾਰ ਹੁੰਦੀਆਂ ਹਨ ਅਤੇ ਦੂਜੇ ਪਾਸੇ ਅਧਾਤਾਂ ਹਨ ਉਹ ਚਮਕਦਾਰ ਨਹੀਂ ਹੁੰਦੀਆਂ। ਲਗਭਗ ਸਾਰੀਆਂ ਅਧਾਤਾਂ ਚਮਕਦਾਰ ਨਹੀਂ ਹੁੰਦੀਆਂ। ਜੇ ਮੈਂ ਇੱਕ ਗੱਲ ਕਰਾਂ ਹੀਰੇ ਦੀ, ਤੁਸੀਂ ਹੀਰਾ ਦੇਖਿਆ ਹੋਵੇਗਾ, ਟੀਵੀ ਵਿੱਚ ਦੇਖਿਆ ਹੋਵੇਗਾ। ਹੀਰਾ ਜੋ ਹੈ ਉਹ ਕਾਰਬਨ ਦਾ ਇੱਕ ਰੂਪ ਹੈ, ਕਾਰਬਨ ਇੱਕ ਅਧਾਤ ਹੈ। ਹੁਣ ਹੀਰਾ ਚਮਕਦਾਰ ਹੈ, ਤਾਂ ਕਾਰਬਨ ਦਾ ਇੱਕ ਰੂਪ ਜੋ ਚਮਕਦਾਰ ਹੈ ਉਹ ਇੱਕ ਅਧਾਤ ਵੀ ਹੈ। ਪਰ ਜੇ ਆਪਾਂ ਗੱਲ ਕਰੀਏ ਓਵਰਆਲ ਤਾਂ ਅਧਾਤਾਂ ਜੋ ਹਨ ਲਗਭਗ ਸਾਰੀਆਂ ਅਧਾਤਾਂ ਉਹ ਚਮਕਦਾਰ ਨਹੀਂ ਹੁੰਦੀਆਂ। ਸੋ ਅਸੀਂ ਇਹਨਾਂ ਦੇ ਗੁਣਾਂ ਦੀ ਇੱਕ ਵਾਰ ਦੁਬਾਰਾ ਰਿਵਾਈਜ਼ ਕਰਦੇ ਹਾਂ ਇਸ ਵਿੱਚ ਟੇਬਲ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਗੁਣਾਂ ਦੇ ਵਿੱਚ ਚਰਚਾ ਕੀਤੀ ਕਿ ਧਾਤਾਂ ਜੋ ਹਨ ਉਹ ਚਮਕੀਲੀਆਂ ਹੁੰਦੀਆਂ ਹਨ, ਅਧਾਤਾਂ ਜੋ ਹਨ ਉਹਨਾਂ ਵਿੱਚ ਚਮਕ ਨਹੀਂ ਹੁੰਦੀ। ਦੂਜੇ ਪਾਸੇ ਆਪਾਂ ਗੱਲ ਕੀਤੀ ਕਠੋਰਤਾ ਦੀ। ਧਾਤਾਂ ਕਠੋਰ ਅਤੇ ਕੁਟੀਨਸ਼ੀਲ ਹੁੰਦੀਆਂ ਹਨ, ਅਧਾਤਾਂ ਭੁਰਭੁਰੀਆਂ ਅਤੇ ਨਰਮ ਹੁੰਦੀਆਂ ਹਨ। ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ, ਭਾਵ ਇਹਨਾਂ ਵਿੱਚ ਆਪਾਂ ਇਹਨਾਂ ਨੂੰ ਖਿੱਚ ਕੇ ਵੱਖ-ਵੱਖ ਧਾਤਾਂ ਦੀਆਂ ਤਾਰਾਂ ਬਣਾ ਸਕਦੇ ਹਾਂ, ਪਰ ਅਧਾਤਾਂ ਵਿੱਚ ਖਿਚੀਣਸ਼ੀਲਤਾ ਨਹੀਂ ਹੁੰਦੀ। ਧਾਤਾਂ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹੁੰਦੀਆਂ ਹਨ, ਭਾਵ ਸੁਚਾਲਕ ਹੁੰਦੀਆਂ ਹਨ, ਅਤੇ ਅਧਾਤਾਂ ਬਿਜਲੀ ਅਤੇ ਤਾਪ ਦਾ ਚਾਲਨ ਨਹੀਂ ਕਰ ਪਾਉਂਦੀਆਂ, ਭਾਵ ਇਹ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। ਅਤੇ ਅਖੀਰ 'ਤੇ ਸਾਡੇ ਕੋਲ ਹੈ ਧਾਤਾਂ ਧੁਨੀ ਪੈਦਾ ਕਰਦੀਆਂ ਹਨ ਅਤੇ ਅਧਾਤਾਂ ਧੁਨੀ ਪੈਦਾ ਨਹੀਂ ਕਰਦੀਆਂ। ਸੋ ਇਹ ਸਨ ਧਾਤਾਂ ਅਤੇ ਅਧਾਤਾਂ ਦੇ ਭੌਤਿਕ ਗੁਣ। ਇਹਨਾਂ ਵਿੱਚ ਅੰਤਰ ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਵੇਗਾ। ਅੱਗੇ ਆਪਾਂ ਗੱਲ ਕਰਨ ਜਾ ਰਹੇ ਹਾਂ ਧਾਤਾਂ ਅਤੇ ਅਧਾਤਾਂ ਦੇ ਰਸਾਇਣਿਕ ਗੁਣ। ਰਸਾਇਣਿਕ ਗੁਣ ਦੀ ਗੱਲ ਜੇ ਕਰੀਏ ਤਾਂ ਰਸਾਇਣਿਕ ਗੁਣ ਕੀ ਹੁੰਦਾ ਹੈ? ਕਿਸੇ ਪਦਾਰਥ ਦਾ ਉਹ ਗੁਣ ਜਿਸ ਵਿੱਚ ਉਹ ਕਿਸੇ ਦੂਜੇ ਪਦਾਰਥ ਨਾਲ ਮਿਲ ਕੇ ਨਵੇਂ ਗੁਣਾਂ ਵਾਲਾ ਪਦਾਰਥ ਬਣਾਉਣ ਦੀ ਸਮਰੱਥਾ ਰੱਖਦਾ ਹੈ, ਉਸ ਨੂੰ ਉਸ ਪਦਾਰਥ ਦਾ ਰਸਾਇਣਿਕ ਗੁਣ ਕਿਹਾ ਜਾਂਦਾ ਹੈ। ਸੋ ਜਿਹੜੇ ਨਵੇਂ ਪਦਾਰਥ ਬਣਦੇ ਹਨ ਉਹ ਸ਼ੁਰੂ ਵਿੱਚ ਜੋ ਪਦਾਰਥ ਆਪਸ 'ਚ ਕਿਰਿਆ ਕਰਦੇ ਹਨ ਉਹਨਾਂ ਦੇ ਗੁਣਾਂ ਨਾਲੋਂ ਉਹਨਾਂ ਦੇ ਗੁਣ ਵੱਖਰੇ ਹੁੰਦੇ ਹਨ ਨਵੇਂ ਪਦਾਰਥਾਂ ਦੇ। ਸੋ ਗੱਲ ਕਰਾਂਗੇ ਧਾਤਾਂ ਦੇ ਗੁਣਾਂ ਦੀ। ਧਾਤਾਂ ਦੀ ਆਕਸੀਜਨ ਦੇ ਨਾਲ ਪ੍ਰਤੀਕਿਰਿਆ ਦੀ ਗੱਲ ਕਰਾਂਗੇ ਆਪਾਂ, ਰਿਐਕਸ਼ਨ ਆਫ ਮੈਟਲਸ ਵਿਦ ਆਕਸੀਜਨ। ਸੋ ਬੇਟਾ ਤੁਸੀਂ ਆਮ ਹੀ ਦੇਖਿਆ ਹੈ, ਇਸ ਚਿੱਤਰ ਵਿੱਚ ਦੇਖ ਸਕਦੇ ਹੋ ਸਾਡੇ ਕੋਲ ਕੀ ਹੈ, ਕਿੱਲ ਦਿਖਾਈ ਦੇ ਰਹੇ ਹਨ, ਆਇਰਨ ਨੇਲਸ। ਇਹਨਾਂ ਉੱਤੇ ਕੀ ਹੋ ਗਿਆ ਹੈ? ਜੰਗਾਲ ਲੱਗ ਗਿਆ ਹੈ। ਤੁਸੀਂ ਆਮ ਹੀ ਸੁਣਿਆ ਹੈ ਜੰਗ ਲੱਗ ਗਿਆ ਹੈ ਜਾਂ ਜੰਗਾਲ ਲੱਗ ਗਿਆ ਹੈ, ਘਰਾਂ ਵਿੱਚ ਦੇਖਦੇ ਹੋ। ਅਸਲ ਵਿੱਚ ਕੀ ਹੁੰਦਾ ਹੈ, ਜਦੋਂ ਲੋਹਾ ਬਹੁਤ ਸਮੇਂ ਤੱਕ ਹਵਾ ਅਤੇ ਪਾਣੀ ਦੇ ਸੰਪਰਕ ਵਿੱਚ ਰਹਿੰਦਾ ਹੈ, ਸਲਾਬੇ ਦੇ ਸੰਪਰਕ ਵਿੱਚ ਰਹਿੰਦਾ ਹੈ, ਤਾਂ ਉਹ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ ਹੈ ਅਤੇ ਆਇਰਨ ਆਕਸਾਈਡ ਬਣਾਉਂਦਾ ਹੈ। ਹੁਣ ਲੋਹਾ ਕੀ ਹੈ? ਇੱਕ ਧਾਤ। ਲੋਹੇ ਨੂੰ ਆਪਾਂ ਅੰਗਰੇਜ਼ੀ 'ਚ ਬੋਲਦੇ ਹਾਂ ਆਇਰਨ। ਸੋ ਆਇਰਨ ਆਕਸਾਈਡ ਬਣ ਗਿਆ। ਆਇਰਨ ਆਕਸਾਈਡ ਭਾਵ ਇੱਕ ਧਾਤ ਦਾ ਆਕਸਾਈਡ, ਇਹਨੂੰ ਆਪਾਂ ਧਾਤਵੀ ਆਕਸਾਈਡ ਵੀ ਕਹਿੰਦੇ ਹਾਂ। ਹੁਣ ਇਹ ਜੋ ਨਵਾਂ ਪਦਾਰਥ ਬਣਿਆ ਹੈ ਇਸ ਦਾ ਗੁਣ ਵੱਖਰਾ ਹੀ ਹੈ। ਜਦੋਂ ਤੁਸੀਂ ਆਪਣਾ 1 ਸਾਲ ਪਿੱਛੇ ਜਾ ਕੇ ਦੇਖੋ, ਆਪਾਂ ਧਾਤਾਂ ਦੀ ਇੱਕ ਚੈਪਟਰ ਵਿੱਚ ਗੱਲ ਕੀਤੀ ਸੀ ਤੇਜ਼ਾਬ, ਖਾਰ ਅਤੇ ਲੂਣ। ਉਦੋਂ ਆਪਾਂ ਲਿਟਮਸ ਪੇਪਰਾਂ ਵਾਲੇ ਪੜ੍ਹਿਆ ਸੀ। ਲਿਟਮਸ ਪੇਪਰ ਜਾਂ ਲਿਟਮਸ ਉਹ ਸੂਚਕ ਹੁੰਦੇ ਹਨ ਜਿਹਦੇ ਵਿੱਚ ਲਾਲ ਲਿਟਮਸ ਪੇਪਰ ਅਤੇ ਨੀਲਾ ਲਿਟਮਸ ਪੇਪਰ ਹੁੰਦਾ ਹੈ। ਜਦੋਂ ਇਹ ਜੰਗਾਲ ਦੇ ਘੋਲ ਦਾ ਆਪਾਂ ਲਾਲ ਲਿਟਮਸ ਪੇਪਰ ਨਾਲ ਪਰੀਖਣ ਕਰਦੇ ਹਾਂ ਤਾਂ ਉਹ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਤਾਂ ਲਾਲ ਲਿਟਮਸ ਕਦੋਂ ਨੀਲਾ ਹੁੰਦਾ ਹੈ? ਜਦੋਂ ਉਹ ਕਿਸੇ ਖਾਰ ਨਾਲ ਸੰਪਰਕ ਵਿੱਚ ਆਉਂਦਾ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜੋ ਜੰਗਾਲ ਬਣਿਆ ਹੈ, ਭਾਵ ਜੋ ਆਇਰਨ ਆਕਸਾਈਡ ਭਾਵ ਧਾਤਵੀ ਆਕਸਾਈਡ ਬਣਿਆ ਹੈ, ਉਹ ਇੱਕ
ਖਾਰੀ ਸੁਭਾਅ ਦਾ ਹੈ। ਸੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਜੋ ਧਾਤਵੀ ਆਕਸਾਈਡ ਬਣਦੇ ਹਨ ਉਹ ਕਿਹੜੇ ਸੁਭਾਅ ਦੇ ਹੁੰਦੇ ਹਨ? ਖਾਰੀ ਸੁਭਾਅ ਦੇ ਹੁੰਦੇ ਹਨ। ਇਸ ਤੋਂ ਇਲਾਵਾ ਬੇਟਾ ਤੁਸੀਂ ਮੈਗਨੀਸ਼ੀਅਮ ਰਿਬਨ ਨੂੰ ਬਾਲਣ ਵਾਲੀ ਕਿਰਿਆ ਵੀ ਕੀਤੀ ਹੈ। ਉਹਦੇ ਵਿੱਚ ਮੈਗਨੀਸ਼ੀਅਮ ਰਿਬਨ ਬਣਦਾ ਸੀ। ਮੈਗਨੀਸ਼ੀਅਮ ਸਾਡੇ ਕੋਲ Mg ਆਕਸੀਜਨ ਦੇ ਸੰਪਰਕ ਵਿੱਚ ਆਉਂਦਾ ਹੈ, ਕਿਉਂਕਿ ਆਕਸੀਜਨ ਦੀ ਮੌਜੂਦਗੀ ਵਿੱਚ ਉਹਦਾ ਜਾਲਣ ਹੁੰਦਾ ਹੈ। ਉੱਥੇ ਕੀ ਬਣਦਾ ਹੈ? ਸਾਡੇ ਕੋਲ ਮੈਗਨੀਸ਼ੀਅਮ ਆਕਸਾਈਡ ਬਣਿਆ ਸੀ। ਸੋ ਮੈਗਨੀਸ਼ੀਅਮ ਆਕਸਾਈਡ ਜਦੋਂ ਬਣਦਾ ਹੈ ਤਾਂ ਇਹਨੂੰ ਆਪਾਂ ਪਾਣੀ ਵਿੱਚ ਇਸ ਘੋਲ ਨੂੰ ਲੈਂਦੇ ਹਾਂ, ਮੈਗਨੀਸ਼ੀਅਮ ਆਕਸਾਈਡ ਨੂੰ। ਇਹਦੀ ਵੀ ਜਦੋਂ ਆਪਾਂ ਲਾਲ ਰੰਗ ਦੇ ਲਿਟਮਸ ਪੇਪਰ ਨਾਲ ਕਿਰਿਆ ਕੀਤੀ ਸੀ, ਆਪਾਂ ਕਰਕੇ ਦੇਖਦੇ ਹਾਂ ਪਰੀਖਣ, ਤਾਂ ਲਾਲ ਲਿਟਮਸ ਪੇਪਰ ਕੀ ਹੋ ਜਾਂਦਾ ਹੈ? ਨੀਲਾ। ਸੋ ਮੈਗਨੀਸ਼ੀਅਮ ਵੀ ਇੱਕ ਧਾਤ ਹੈ। ਸੋ ਇਹਨੇ ਮੈਗਨੀਸ਼ੀਅਮ ਆਕਸਾਈਡ ਬਲ ਕੇ ਬਣਾਇਆ। ਸੋ ਮੈਗਨੀਸ਼ੀਅਮ ਆਕਸਾਈਡ ਕੀ ਹੈ? ਧਾਤਵੀ ਆਕਸਾਈਡ, ਜੋ ਕਿ ਖਾਰਾ ਹੈ। ਅੱਗੇ ਆਪਾਂ ਗੱਲ ਕਰਾਂਗੇ ਧਾਤਾਂ ਦੀ ਆਕਸੀਜਨ ਦੇ ਨਾਲ ਪ੍ਰਤੀਕਿਰਿਆ। ਹੁਣ ਬੇਟਾ ਤੁਸੀਂ ਧਾਤਾਂ ਵਿੱਚੋਂ ਆਪਾਂ ਇੱਕ ਸਲਫਰ ਦੀ ਉਦਾਹਰਨ ਲਈ ਹੈ। ਇਸ ਕਿਰਿਆ ਨੂੰ ਆਪਾਂ ਸਕੂਲ ਵਿੱਚ ਤੁਸੀਂ ਅਧਿਆਪਕ ਦੀ ਮੌਜੂਦਗੀ 'ਚ ਹੀ ਕਰਨਾ ਹੈ। ਸਲਫਰ ਨੂੰ ਇੱਕ ਚਮਚ ਵਿੱਚ, ਇਹ ਪਰੀਖਣ ਚਮਚ ਦੇ ਵਿੱਚ ਲੈ ਕੇ ਉਹਨੂੰ ਗਰਮ ਕੀਤਾ ਗਿਆ ਹੈ। ਜਦੋਂ ਸਲਫਰ ਨੂੰ ਆਪਾਂ ਗਰਮ ਕਰਦੇ ਹਾਂ ਤਾਂ ਉਹ ਆਕਸੀਜਨ ਨਾਲ ਕਿਰਿਆ ਕਰਕੇ ਸਲਫਰ ਡਾਈਆਕਸਾਈਡ ਬਣਾਉਂਦਾ ਹੈ। ਸਲਫਰ ਡਾਈਆਕਸਾਈਡ ਬਣਨ ਤੋਂ ਬਾਅਦ, ਸਲਫਰ ਡਾਈਆਕਸਾਈਡ ਇੱਕ ਗੈਸ ਹੈ, ਇਹਨੂੰ ਆਪਾਂ ਪਾਣੀ ਦੇ ਨਾਲ ਮਿਕਸ ਕਰਦੇ ਹਾਂ। ਸਲਫਰ ਡਾਈਆਕਸਾਈਡ ਨੂੰ ਪਾਣੀ ਦੇ ਨਾਲ ਜਦੋਂ ਆਪਾਂ ਮਿਲਾਉਂਦੇ ਹਾਂ ਤਾਂ ਸਲਫਿਊਰਸ ਐਸਿਡ ਬਣਦਾ ਹੈ। ਤਾਂ ਸਲਫਿਊਰਸ ਐਸਿਡ ਨਾਮ ਤੋਂ ਹੀ ਪਤਾ ਲੱਗ ਰਿਹਾ ਐਸਿਡ ਇੱਕ ਤੇਜ਼ਾਬ ਹੈ। ਅਤੇ ਇਹਦੀ ਜਦੋਂ ਆਪਾਂ ਕਿਰਿਆ ਕਰਦੇ ਹਾਂ ਪਰੀਖਣ ਕਰਦੇ ਹਾਂ, ਇਹਦਾ ਜਦੋਂ ਆਪਾਂ ਪਰੀਖਣ ਕਰਦੇ ਹਾਂ ਨੀਲੇ ਲਿਟਮਸ ਪੇਪਰ ਨਾਲ, ਤਾਂ ਉਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਇੱਕ ਤੇਜ਼ਾਬੀ ਸੁਭਾਅ ਦੇ ਪਦਾਰਥ ਬਣਾਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਅਧਾਤਵੀ ਆਕਸਾਈਡ ਆਖਦੇ ਹਾਂ। ਸਾਡੇ ਕੋਲ ਅਧਾਤਵੀ ਆਕਸਾਈਡ ਬਣਦਾ ਹੈ ਧਾਤਾਂ ਦੀ ਆਕਸੀਜਨ ਨਾਲ ਕਿਰਿਆ ਕਰਕੇ, ਜਿਹਦਾ ਸੁਭਾਅ ਕੀ ਹੁੰਦਾ ਹੈ? ਤੇਜ਼ਾਬੀ ਹੁੰਦਾ ਹੈ। ਉਸ ਤੋਂ ਬਾਅਦ ਹੈ ਬੇਟਾ ਸਾਡੇ ਕੋਲ ਧਾਤਾਂ ਦੀ ਪਾਣੀ ਨਾਲ ਪ੍ਰਤੀਕਿਰਿਆ। ਹੁਣ ਧਾਤਾਂ ਬਹੁਤ ਸਾਰੀਆਂ ਹਨ, ਉਹਨਾਂ ਦੇ ਗੁਣਾਂ ਵਿੱਚ ਸਮਾਨਤਾ ਹੈ, ਪਰ ਗੁਣਾਂ ਦੇ ਵਿੱਚ ਘਾਟ ਵੱਧ ਹੋ ਸਕਦੀ ਹੈ। ਭਾਵ ਜੇ ਆਪਾਂ ਗੱਲ ਕਰੀਏ ਇਸ ਗੁਣ ਦੀ, ਤਾਂ ਸਾਡੇ ਕੋਲ ਸੋਡੀਅਮ ਅਤੇ ਪੋਟਾਸ਼ੀਅਮ ਅਜਿਹੀਆਂ ਧਾਤਾਂ ਹਨ ਜੋ ਪਾਣੀ ਦੇ ਵਿੱਚ ਜਾਂ ਪਾਣੀ ਦੇ ਸੰਪਰਕ ਵਿੱਚ ਆਉਣ 'ਤੇ ਅੱਗ ਫੜ ਲੈਂਦੀਆਂ ਹਨ। ਇਹ ਬਹੁਤ ਜ਼ਿਆਦਾ ਕਿਰਿਆਸ਼ੀਲ ਧਾਤਾਂ ਹਨ। ਸੋ ਇਹਨਾਂ ਨੂੰ ਆਪਾਂ ਖੁੱਲ੍ਹੇ ਵਿੱਚ ਵੀ ਨਹੀਂ ਰੱਖਦੇ, ਕਿਉਂਕਿ ਸਾਡੀ ਹਵਾ ਵਿੱਚ ਵੀ ਪਾਣੀ ਹੁੰਦਾ ਹੈ। ਸਲਾਬੇ ਵਾਲੇ ਟਾਈਮ 'ਤੇ ਉਹ ਪਾਣੀ ਨਾਲ ਸੰਪਰਕ ਕਰਕੇ ਅੱਗ ਫੜ ਸਕਦੇ ਹਨ। ਸੋ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ। ਸੋ ਇਹ ਤੁਸੀਂ ਚਿੱਤਰ ਵੀ ਦੇਖ ਰਹੇ ਹੋ, ਇਹ ਵੀ ਇੱਕ ਪਰੀਖਣ ਹੈ। ਇਸ ਵਿੱਚ ਸੋਡੀਅਮ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਰੂਮ ਵਿੱਚ ਲਪੇਟ ਕੇ ਪਾਣੀ ਵਿੱਚ ਪਾਇਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਇਹ ਬਲਬ ਵਾਂਗ ਗਲੋ ਕਰ ਰਿਹਾ ਹੈ, ਜਗ ਰਿਹਾ ਹੈ। ਤਾਂ ਇਹ ਅੱਗ ਫੜ ਚੁੱਕਾ ਹੈ, ਕਿਉਂਕਿ ਪਾਣੀ ਦੇ ਨਾਲ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਪ੍ਰਕਿਰਿਆ ਕਰਦਾ ਹੈ। ਪਰ ਕੀ ਸਾਰੀਆਂ ਧਾਤਾਂ ਪਾਣੀ ਨਾਲ ਇੱਦਾਂ ਦੀ ਪ੍ਰਕਿਰਿਆ ਕਰਦੀਆਂ ਹਨ? ਬਿਲਕੁਲ ਨਹੀਂ। ਇਹ ਪ੍ਰਤੀਕਿਰਿਆ ਸਿਰਫ ਸੋਡੀਅਮ ਅਤੇ ਪੋਟਾਸ਼ੀਅਮ ਦੇ ਜੇ ਗੱਲ ਕਰੀਏ ਤੁਹਾਡੀ ਜਮਾਤ ਦੇ ਹਿਸਾਬ ਨਾਲ, ਤਾਂ ਇਹ ਪਾਣੀ ਨਾਲ ਬਹੁਤ ਜ਼ਿਆਦਾ ਜਲਦੀ ਪ੍ਰਤੀਕਿਰਿਆ ਕਰਦੀਆਂ ਹਨ। ਇਹਨਾਂ ਨੂੰ ਅਸੀਂ ਮਿੱਟੀ ਦੇ ਤੇਲ 'ਚ ਰੱਖਦੇ ਹਾਂ। ਜੇ ਸਾਰੀਆਂ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਕਰਦੀਆਂ ਹੁੰਦੀਆਂ ਤਾਂ ਔਰਤਾਂ ਨੇ ਗਹਿਣੇ ਨਹੀਂ ਪਾ ਸਕਣੇ ਸੀ। ਤਾਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਅਸੀਂ ਇਸ ਧਰਤੀ ਦੇ ਉੱਤੇ ਉਹਨਾਂ ਦਾ ਨਿਰਮਾਣ ਨਹੀਂ ਕਰ ਸਕਦੇ ਸੀ। ਅੱਗੇ ਸਾਡੇ ਕੋਲ ਧਾਤਾਂ ਦੀ ਪਾਣੀ ਨਾਲ ਪ੍ਰਤੀਕਿਰਿਆ।
ਬੇਟਾ ਆਮ ਤੌਰ 'ਤੇ ਇਹ ਧਾਤਾਂ ਜੋ ਹਨ ਉਹ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ, ਪਰ ਇੱਕ ਅਧਾਤ ਅਜਿਹੀ ਹੈ ਜੋ ਪਾਣੀ ਨਾਲ ਪ੍ਰਤੀਕਿਰਿਆ ਤਾਂ ਨਹੀਂ ਕਰਦੀ, ਪਰ ਉਹਨੂੰ ਖੁੱਲ੍ਹੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਸ ਦਾ ਨਾਮ ਹੈ ਫਾਸਫੋਰਸ। ਸੋ ਫਾਸਫੋਰਸ ਤੁਸੀਂ ਚਿੱਤਰ ਵੀ ਦੇਖ ਸਕਦੇ ਹੋ ਕਿ ਇੱਕ ਫਾਸਫੋਰ ਦੇ ਟੁਕੜੇ ਨੂੰ ਪਾਣੀ ਵਿੱਚ ਰੱਖਿਆ ਗਿਆ ਹੈ, ਕਿਉਂਕਿ ਇਹ ਹਵਾ ਵਿੱਚ ਅੱਗ ਫੜ ਲੈਂਦੀ ਹੈ। ਅੱਗੇ ਹੈ ਸਾਡੇ ਕੋਲ ਧਾਤਾਂ ਦੀ ਤੇਜ਼ਾਬ ਨਾਲ ਪ੍ਰਤੀਕਿਰਿਆ। ਸੋ ਇਹਨੂੰ ਆਪਾਂ ਸਮਝਾਂਗੇ ਇੱਕ ਵੀਡੀਓ ਰਾਹੀਂ। ਹਾਂਜੀ, ਇੱਥੇ ਅਸੀਂ ਇੱਕ ਪਰਖਣਲੀ ਲਈ ਹੋਈ ਆ। ਪਰਖਣਲੀ ਦੇ ਵਿੱਚ ਪਤਲਾ ਸਲਫਿਊਰਿਕ ਐਸਿਡ ਪਾਇਆ ਹੋਇਆ 5 ਮਿਲੀਲੀਟਰ। ਨਾਲ ਹੀ ਇੱਕ ਬੀਕਰ ਲਿਆ ਹੋਇਆ ਜਿਹਦੇ ਵਿੱਚ ਅਸੀਂ 20 ਮਿਲੀਲੀਟਰ ਸਾਬਣ ਦਾ ਘੋਲ ਲਿਆ ਆ। ਹੁਣ ਅਸੀਂ ਇਸ ਪਰਖਣਲੀ ਦੇ ਵਿੱਚ ਜ਼ਿੰਕ ਦੇ ਕੁਝ ਟੁਕੜੇ ਪਾਵਾਂਗੇ। ਜ਼ਿੰਕ ਦੇ ਟੁਕੜਿਆਂ ਦੇ ਨਾਲ ਪਤਲਾ ਸਲਫਿਊਰਿਕ ਐਸਿਡ ਕਿਰਿਆ ਕਰੇਗਾ ਅਤੇ ਹਾਈਡਰੋਜਨ ਗੈਸ ਪੈਦਾ ਕਰੇਗਾ। ਹਾਂਜੀ, ਇੱਥੇ ਅਸੀਂ ਇੱਕ ਪਰਖਣਲੀ ਲਈ ਹੋਈ ਆ, ਸਾਬਣ ਦਾ ਘੋਲ ਲਿਆ ਆ। ਹੁਣ ਅਸੀਂ ਇਸ ਪਰਖਣਲੀ ਦੇ ਵਿੱਚ ਜ਼ਿੰਕ ਦੇ ਕੁਝ ਟੁਕੜੇ ਪਾਵਾਂਗੇ। ਜ਼ਿੰਕ ਦੇ ਟੁਕੜਿਆਂ ਦੇ ਨਾਲ ਪਤਲਾ ਸਲਫਿਊਰਿਕ ਐਸਿਡ ਕਿਰਿਆ ਕਰੇਗਾ ਅਤੇ ਹਾਈਡਰੋਜਨ ਗੈਸ ਪੈਦਾ ਕਰੇਗਾ। ਹਾਈਡਰੋਜਨ ਗੈਸ ਇਸ ਨਿਕਾਸ ਨਲੀ ਡਰੇਨ ਟਿਊਬ ਦੇ ਰਾਹੀਂ ਹੁੰਦੀ ਹੋਈ ਸਾਬਣ ਦੇ ਘੋਲ 'ਚ ਜਾਏਗੀ ਅਤੇ ਬੁਲਬੁਲਿਆਂ ਦੇ ਰੂਪ ਵਿੱਚ ਬਾਹਰ ਆਏਗੀ। ਜਦੋਂ ਇੱਕ ਮਾਚਿਸ ਦੀ ਤੀਲੀ ਅਸੀਂ ਇਹਦੇ ਲਾਗੇ ਲੈ ਕੇ ਆਵਾਂਗੇ ਤਾਂ ਇਹ ਪੌਪ ਸਾਊਂਡ ਦੇ ਨਾਲ ਇਹ ਹਾਈਡਰੋਜਨ ਗੈਸ ਬਲੇਗੀ। ਹਾਂਜੀ, ਜ਼ਿੰਕ ਦੀ ਇਸ ਵੀਡੀਓ ਵਿੱਚ ਦੇਖਿਆ ਆਪਾਂ, ਜ਼ਿੰਕ ਇੱਕ ਧਾਤ ਹੈ। ਉਹਨੇ ਪਤਲੇ ਸਲਫਿਊਰਿਕ ਐਸਿਡ ਦੇ ਨਾਲ ਕਿਰਿਆ ਕੀਤੀ। ਪਤਲੇ ਸਲਫਿਊਰਿਕ ਐਸਿਡ ਨਾਲ ਕਿਰਿਆ ਕਰਕੇ ਜ਼ਿੰਕ ਸਲਫੇਟ ਬਣਿਆ, ਜੋ ਕਿ ਇੱਕ ਲੂਣ ਹੈ। ਅਤੇ ਨਾਲ ਜਿਹੜੀ ਗੈਸ ਪੈਦਾ ਹੋਈ ਉਹ ਕਿਹੜੀ ਗੈਸ ਹੈ? ਹਾਈਡਰੋਜਨ ਗੈਸ। ਅਤੇ ਹਾਈਡਰੋਜਨ ਗੈਸ ਆਪਾਂ ਇਹ ਕਹਿ ਸਕਦੇ ਹਾਂ, ਜਦੋਂ ਧਾਤਾਂ ਤੇਜ਼ਾਬ ਨਾਲ ਕਿਰਿਆ ਕਰਦੀਆਂ ਹਨ ਤਾਂ ਉਹ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਪੌਪ ਸਾਊਂਡ ਦੇ ਨਾਲ ਬਲਦੀ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅਧਾਤਾਂ ਦੀ, ਅਤੇ ਅਧਾਤਾਂ ਆਮ ਤੌਰ 'ਤੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ। ਅੱਗੇ ਹੈ ਸਾਡੇ ਕੋਲ ਧਾਤਾਂ ਦੀ ਖਾਰਾਂ ਨਾਲ ਪ੍ਰਤੀਕਿਰਿਆ। ਇਹਦੇ ਲਈ ਵੀ ਆਪਾਂ ਇੱਕ ਛੋਟੀ ਜਿਹੀ ਵੀਡੀਓ ਦੇਖਾਂਗੇ। ਹਾਂਜੀ, ਧਾਤਾਂ ਦੀ ਖਾਰਾਂ ਦੇ ਨਾਲ ਕਿਰਿਆ ਦੇ ਲਈ ਅਸੀਂ ਇਸ ਟੈਸਟ ਟਿਊਬ ਦੇ ਵਿੱਚ, ਪਰਖਣਲੀ ਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਦੇ ਕੁਝ ਟੁਕੜੇ ਲੈ ਕੇ ਉਹਦਾ ਤਾਜ਼ਾ ਘੋਲ ਬਣਾਵਾਂਗੇ। ਸੋਡੀਅਮ ਹਾਈਡਰੋਕਸਾਈਡ ਦੇ ਕੁਝ ਟੁਕੜੇ ਨੂੰ 5 ml ਪਾਣੀ ਦੇ ਵਿੱਚ ਆਪਾਂ ਘੋਲ ਲਵਾਂਗੇ। ਸੋ ਇਸ ਦੇ ਨਾਲ ਸੋਡੀਅਮ ਹਾਈਡਰੋਕਸਾਈਡ ਦਾ ਤਾਜ਼ਾ ਘੋਲ ਬਣ ਜਾਵੇਗਾ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਲੂਮੀਨੀਅਮ ਦੀ ਇੱਕ ਫੋਇਲ, ਜੋ ਕਿ ਇੱਕ ਧਾਤ ਹੈ, ਉਸ ਨੂੰ ਇਹਦੇ ਵਿੱਚ ਪਰਖਣਲੀ ਦੇ ਵਿੱਚ ਪਾਵਾਂਗੇ। ਸੋ ਕੀ ਹੋਵੇਗਾ, ਸਾਡੇ ਕੋਲ ਐਲੂਮੀਨੀਅਮ ਜੋ ਕਿ ਇੱਕ ਧਾਤ ਹੈ, ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ, ਖਾਰ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰੇਗੀ। ਇਹਨੂੰ ਆਪਾਂ ਤੇਜ਼ਾਬਾਂ ਵਾਲੀ ਕਿਰਿਆ ਦੇ ਵਾਂਗ ਹੀ ਇਹਦਾ ਟੈਸਟ ਕਰ ਸਕਦੇ ਹਾਂ। ਜਦੋਂ ਮਾਚਿਸ ਦੀ ਤੀਲੀ ਲਾਗੇ ਲੈ ਕੇ ਆਵਾਂਗੇ ਤਾਂ ਇਹ ਪੌਪ ਸਾਊਂਡ ਪ੍ਰੋਡਿਊਸ ਕਰੇਗੀ। ਹਾਂਜੀ, ਧਾਤਾਂ ਦੀ ਖਾਰਾਂ ਦੇ ਨਾਲ ਕਿਰਿਆ ਦੇ ਲਈ ਅਸੀਂ, ਹਾਂਜੀ ਬੇਟਾ, ਇਹਦੇ ਵਿੱਚ ਅਸੀਂ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਐਲੂਮੀਨੀਅਮ ਜੋ ਕਿ ਇੱਕ ਧਾਤ ਹੈ ਅਤੇ ਸੋਡੀਅਮ ਹਾਈਡਰੋਕਸਾਈਡ ਕੀ ਹੈ? ਖਾਰ, ਉਹਦੀ ਕਿਰਿਆ ਕਰਾਈ। ਮੇਨ ਸਾਡੇ ਕੋਲ ਇੱਥੇ ਜਿਹੜੀ ਹਾਈਡਰੋਜਨ ਗੈਸ ਪੈਦਾ ਹੋਈ ਇਹਦੇ ਵਿੱਚ ਵੀ। ਸੋ ਪਿੱਛੇ ਆਪਾਂ ਦੇਖਿਆ ਸੀ ਕਿ ਧਾਤਾਂ ਦੀ ਤੇਜ਼ਾਬਾਂ ਦੇ ਨਾਲ ਕਿਰਿਆ ਹੋ ਕੇ ਵੀ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ, ਜੋ ਕਿ ਪੌਪ ਸਾਊਂਡ ਦੇ ਨਾਲ ਬਲਦੀ ਹੈ। ਅਤੇ ਇਹਦੇ ਵਿੱਚ ਧਾਤਾਂ ਦੀ ਖਾਰਾਂ ਦੇ ਨਾਲ ਕਿਰਿਆ ਵਿੱਚ ਵੀ, ਪ੍ਰਤੀਕਿਰਿਆ ਵਿੱਚ ਵੀ ਅਸੀਂ ਹਾਈਡਰੋਜਨ ਗੈਸ ਜਿਹੜੀ ਹੈ ਪੈਦਾ ਹੁੰਦੀ ਹੈ ਅਤੇ ਪੌਪ ਸਾਊਂਡਸ ਪ੍ਰੋਡਿਊਸ ਕਰਦੀ ਹੈ। ਜੇ ਆਪਾਂ ਗੱਲ ਕਰੀਏ ਅਧਾਤਾਂ ਦੀ ਖਾਰਾਂ ਨਾਲ ਪ੍ਰਤੀਕਿਰਿਆ ਦੀ, ਤਾਂ ਉਹ ਬਹੁਤ ਹੀ ਕੰਪਲੀਕੇਟਡ ਰਿਐਕਸ਼ਨਸ ਹੈਗੀਆਂ ਆ, ਪ੍ਰਤੀਕਿਰਿਆਵਾਂ। ਉਹ ਤੁਹਾਡੀ ਜਮਾਤ ਦੇ ਵਿੱਚ, ਤੁਹਾਡੇ ਸਿਲੇਬਸ ਵਿੱਚ ਨਹੀਂ ਹਨ, ਉਹ ਵੱਡੀਆਂ ਜਮਾਤਾਂ ਵਿੱਚ ਤੁਸੀਂ ਪੜ੍ਹੋਗੇ। ਅੱਗੇ ਹੈ ਸਾਡੇ ਕੋਲ ਵਿਸਥਾਪਨ ਪ੍ਰਤੀਕਿਰਿਆ। ਵਿਸਥਾਪਨ ਪ੍ਰਤੀਕਿਰਿਆ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਵੱਖ-ਵੱਖ ਧਾਤਾਂ ਦੀ ਕਿਰਿਆਸ਼ੀਲਤਾ ਦਾ ਪਤਾ ਹੋਣਾ ਜ਼ਰੂਰੀ ਹੈ। ਅਸੀਂ ਦੇਖਿਆ ਹੈ ਕਿ ਸੋਡੀਅਮ ਅਤੇ ਪੋਟਾਸ਼ੀਅਮ ਪਾਣੀ ਨਾਲ ਬਹੁਤ ਜਲਦੀ ਪ੍ਰਤੀਕਿਰਿਆ ਕਰਦੇ ਹਨ, ਕਿਉਂਕਿ ਇਹ ਬਹੁਤ ਜ਼ਿਆਦਾ ਕਿਰਿਆਸ਼ੀਲ ਧਾਤਾਂ ਹਨ।
ਇਸ ਤੋਂ ਇਲਾਵਾ ਅਸੀਂ ਦੇਖਿਆ ਕਿ ਲੋਹੇ ਨੂੰ ਜੰਗਾਲ ਲੱਗਣਾ ਪ੍ਰਤੀਕਿਰਿਆ ਬਹੁਤ ਹੀ ਹੌਲੀ ਹੈ, ਭਾਵ ਉਸ ਨੂੰ ਹੋਣ ਦੇ ਲਈ ਬਹੁਤ ਸਾਰੇ ਦਿਨ ਜਾਂ ਕੁਝ ਮਹੀਨੇ ਲੱਗ ਜਾਂਦੇ ਹਨ। ਸੋ ਵੱਖ-ਵੱਖ ਧਾਤਾਂ ਦੀ ਕਿਰਿਆਸ਼ੀਲਤਾ ਵੱਖ-ਵੱਖ ਹੈ। ਸੋ ਵਿਸਥਾਪਨ ਕਿਰਿਆ ਦੀ ਜੇ ਗੱਲ ਕਰੀਏ, ਜਦੋਂ ਕੋਈ ਵੱਧ ਕਿਰਿਆਸ਼ੀਲ ਤੱਤ ਆਪਣੇ ਨਾਲੋਂ ਘੱਟ ਕਿਰਿਆਸ਼ੀਲ ਤੱਤ ਨੂੰ ਉਸ ਦੇ ਯੌਗਿਕ ਦੇ ਘੋਲ ਵਿੱਚੋਂ ਹਟਾ ਕੇ ਜਾਂ ਵਿਸਥਾਪਿਤ ਕਰਕੇ ਉਸ ਦੀ ਥਾਂ ਲੈ ਲੈਂਦਾ ਹੈ, ਤਾਂ ਉਸ ਪ੍ਰਤੀਕਿਰਿਆ ਨੂੰ ਵਿਸਥਾਪਨ ਪ੍ਰਤੀਕਿਰਿਆ ਜਾਂ ਡਿਸਪਲੇਸਮੈਂਟ ਰਿਐਕਸ਼ਨ ਆਖਦੇ ਹਨ। ਸੋ ਸਾਡੇ ਕੋਲ ਇੱਥੇ ਚਿੱਤਰ ਹੈ, ਇਹਦੇ ਵਿੱਚ ਕੁਝ ਧਾਤਾਂ ਦਿੱਤੀਆਂ ਹਨ। ਜ਼ਿੰਕ ਦਾ ਟੁਕੜਾ ਹੈ, ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਜ਼ਿੰਕ ਦਾ ਟੁਕੜਾ ਹੈ, ਫਿਰ ਹੈ ਲੋਹੇ ਦਾ ਕਿਲ ਅਤੇ ਤਾਂਬੇ ਦੀ ਕਤਰਾਂ। ਸੋ ਜ਼ਿੰਕ, ਲੋਹਾ ਅਤੇ ਤਾਂਬਾ, ਇਹ ਚਾਰਾਂ ਪ੍ਰਤੀਕਿਰਿਆਵਾਂ 'ਚੋਂ ਆਪਾਂ ਇਹ ਦੇਖਣਾ ਹੈ ਕਿ ਇਹਦੇ ਵਿੱਚ ਵਿਸਥਾਪਨ ਪ੍ਰਤੀਕਿਰਿਆ ਹੋਵੇਗੀ ਕਿ ਇਹਦੇ ਵਿੱਚ ਨਹੀਂ ਹੋਵੇਗੀ। ਉਹਦੇ ਲਈ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਜ਼ਿੰਕ, ਲੋਹੇ ਅਤੇ ਤਾਂਬੇ ਵਿੱਚੋਂ ਵੱਧ ਕਿਰਿਆਸ਼ੀਲ ਕਿਹੜਾ ਹੈ, ਘੱਟ ਕਿਰਿਆਸ਼ੀਲ ਕਿਹੜਾ ਹੈ। ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਵੱਧ ਜੋ ਕਿਰਿਆਸ਼ੀਲ ਪਦਾਰਥ ਹੈ ਉਹ ਜ਼ਿੰਕ ਹੈ। ਜ਼ਿੰਕ ਤੋਂ ਬਾਅਦ ਫਿਰ ਸਾਡੇ ਕੋਲ ਲੋਹਾ ਭਾਵ ਆਇਰਨ, ਉਹ ਉਸ ਤੋਂ ਘੱਟ ਕਿਰਿਆਸ਼ੀਲ ਪਦਾਰਥ ਹੈ, ਅਤੇ ਲੋਹੇ ਤੋਂ ਵੀ ਘੱਟ ਕਿਰਿਆਸ਼ੀਲ ਪਦਾਰਥ ਹੈ ਕਾਪਰ ਭਾਵ ਤਾਂਬਾ। ਸੋ ਸਭ ਤੋਂ ਵੱਧ ਜ਼ਿੰਕ ਕਿਰਿਆਸ਼ੀਲ, ਫਿਰ ਲੋਹਾ, ਅਤੇ ਸਭ ਤੋਂ ਘੱਟ ਕਿਰਿਆਸ਼ੀਲ ਤਾਂਬਾ ਕਾਪਰ। ਇਹ ਯਾਦ ਰੱਖਣਾ ਹੈ। ਤਾਂ ਆਓ ਅਸੀਂ ਹੁਣ ਦੇਖਦੇ ਹਾਂ ਕਾਪਰ ਸਲਫੇਟ। ਪਹਿਲੀ ਪ੍ਰਤੀਕਿਰਿਆ 'ਚ ਕਾਪਰ ਸਲਫੇਟ ਦਾ ਜੋ ਯੌਗਿਕ ਹੈ ਉਹਨੇ ਕਿਹਦੇ ਨਾਲ ਪ੍ਰਤੀਕਿਰਿਆ ਕੀਤੀ ਹੈ, ਜ਼ਿੰਕ ਦੇ ਨਾਲ, ਜ਼ਿੰਕ ਦੇ ਟੁਕੜਿਆਂ। ਸੋ ਅਸੀਂ ਦੇਖਿਆ ਜ਼ਿੰਕ ਕਾਪਰ ਸਲਫੇਟ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਤਾਂ ਇਹ ਪ੍ਰਤੀਕਿਰਿਆ ਹੋਵੇਗੀ ਅਤੇ ਕੀ ਬਣੇਗਾ ਸਾਡੇ ਕੋਲ, ਜ਼ਿੰਕ ਸਲਫੇਟ ਅਤੇ ਕਾਪਰ ਨੂੰ ਉਹ ਉਹਦੇ ਘੋਲ 'ਚੋਂ ਵੱਖਰਾ ਕਰ ਦੇਵੇਗਾ। ਦੂਜੀ ਪ੍ਰਤੀਕਿਰਿਆ ਦੇਖਾਂਗੇ ਅਸੀਂ ਕਿ ਕਾਪਰ ਸਲਫੇਟ ਦੇ ਨਾਲ ਲੋਹਾ ਕਿਰਿਆ ਕਰ ਰਿਹਾ ਹੈ। ਕਾਪਰ ਸਲਫੇਟ ਹੁਣ ਅਸੀਂ ਦੇਖਿਆ ਕਿ ਕਾਪਰ ਦੇ ਨਾਲੋਂ ਲੋਹਾ ਕਿਰਿਆਸ਼ੀਲ ਜ਼ਿਆਦਾ ਹੈ, ਤਾਂ ਇਹ ਪ੍ਰਤੀਕਿਰਿਆ ਵੀ ਹੋਵੇਗੀ। ਤਾਂ ਲੋਹਾ ਜੋ ਹੈ ਕਾਪਰ ਸਲਫੇਟ ਦੇ ਘੋਲ ਵਿੱਚੋਂ ਉਸ ਨੂੰ ਵੱਖਰਾ ਕਰਕੇ ਆਇਰਨ ਸਲਫੇਟ ਬਣਾਵੇਗਾ। ਤੀਸਰੀ ਪ੍ਰਤੀਕਿਰਿਆ ਦੇਖਦੇ ਹਾਂ, ਜ਼ਿੰਕ ਸਲਫੇਟ ਦੇ ਨਾਲ ਤਾਂਬਾ ਦੀ ਪ੍ਰਤੀਕਿਰਿਆ ਦਿਖਾਈ ਗਈ ਹੈ। ਇਹ ਪ੍ਰਤੀਕਿਰਿਆ ਹੋਵੇਗੀ ਕਿ ਨਹੀਂ? ਹਾਂਜੀ, ਤਾਂਬਾ ਜ਼ਿੰਕ ਨਾਲੋਂ ਘੱਟ ਕਿਰਿਆਸ਼ੀਲ ਹੈ, ਸੋ ਇਹ ਕਿਰਿਆ ਨਹੀਂ ਹੋਵੇਗੀ। ਕਿਉਂਕਿ ਤਾਂਬਾ ਘੱਟ ਕਿਰਿਆਸ਼ੀਲ ਹੈ, ਤਾਂ ਜ਼ਿੰਕ ਸਲਫੇਟ ਨੂੰ ਉਸਦੇ ਯੌਗਿਕ ਜ਼ਿੰਕ ਸਲਫੇਟ ਵਿੱਚੋਂ ਵੱਖਰਾ ਨਹੀਂ ਕਰ ਸਕਦਾ, ਕਿਉਂਕਿ ਤਾਂਬਾ ਘੱਟ ਕਿਰਿਆਸ਼ੀਲ ਹੈ। ਅਤੇ ਆਖਰੀ ਕਿਰਿਆ ਵਿੱਚ ਵੀ ਆਇਰਨ ਸਲਫੇਟ ਦੇ ਨਾਲ ਤਾਂਬੇ ਦੀਆਂ ਕਤਰਾਂ ਨੂੰ ਕਿਰਿਆ ਕਰਾਈ ਗਈ ਹੈ। ਆਇਰਨ ਸਲਫੇਟ ਦੇ ਘੋਲ 'ਚ ਤਾਂਬਾ ਪਾਇਆ ਗਿਆ ਹੈ। ਇਹ ਕਿਰਿਆ ਵੀ ਨਹੀਂ ਹੋਵੇਗੀ, ਕਿਉਂਕਿ ਤਾਂਬਾ ਜੋ ਹੈ ਉਹ ਆਇਰਨ ਨਾਲੋਂ, ਲੋਹੇ ਨਾਲੋਂ ਘੱਟ ਕਿਰਿਆਸ਼ੀਲ ਹੈ। ਸੋ ਇਹ ਸੀ ਵਿਸਥਾਪਨ ਕਿਰਿਆ। ਆਸ ਹੈ ਤੁਹਾਨੂੰ ਸਮਝ ਲੱਗੀ ਹੋਵੇਗੀ। ਉਸ ਤੋਂ ਬਾਅਦ ਹੈ ਧਾਤਾਂ ਅਤੇ ਅਧਾਤਾਂ ਦੀ ਵਰਤੋਂ। ਜਿਵੇਂ ਅਸੀਂ ਦੇਖ ਚੁੱਕੇ ਹਾਂ ਕਿ ਧਾਤਾਂ ਦੇ ਬਹੁਤ ਸਾਰੇ ਭੌਤਿਕ ਗੁਣ ਸਨ, ਜਿਵੇਂ ਕੁਟੀਨਸ਼ੀਲਤਾ, ਕਠੋਰਤਾ, ਚਮਕੀਨਸ਼ੀਲਤਾ, ਉਹਨਾਂ ਦਾ ਚਮਕੀਲਾਪਨ, ਜਾਂ ਖਿਚਣਸ਼ੀਲਤਾ, ਬਿਜਲੀ ਦੀਆਂ ਚਾਲਕ ਹੁੰਦੀਆਂ ਹਨ ਧਾਤਾਂ, ਅਤੇ ਇਸ ਲਈ ਇਸ ਨੂੰ ਬਹੁਤ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ। ਮੋਟਰ ਗੱਡੀਆਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ, ਬਹੁਤ ਸਾਰੇ ਬਰਤਨ ਬਣਾਉਣ ਦੇ ਲਈ, ਉਦਯੋਗਿਕ ਸਾਜ਼ੋ ਸਮਾਨ। ਇਸ ਤੋਂ ਇਲਾਵਾ ਇੱਕ ਧਾਤ ਸਾਡੇ ਕੋਲ ਅਜਿਹੀ ਹੈ, ਮਰਕਰੀ, ਪਾਰਾ ਜਿਹਨੂੰ ਕਹਿੰਦੇ ਹਾਂ ਅਸੀਂ, ਉਹਦੀ ਵਰਤੋਂ ਥਰਮੋਮੀਟਰ ਦੇ ਵਿੱਚ ਵੀ ਹੁੰਦੀ ਹੈ। ਤੁਸੀਂ ਦੇਖਿਆ ਹੋਵੇਗਾ ਥਰਮੋਮੀਟਰ ਦੇ ਮੂੰਹ ਦੇ ਅੱਗੇ ਇੱਕ ਚਮਕੀਲਾ ਜਿਹਾ ਪਦਾਰਥ ਲੱਗਾ ਹੁੰਦਾ ਹੈ। ਜਦੋਂ ਡਾਕਟਰ ਤੁਹਾਡਾ ਬੁਖਾਰ ਚੈੱਕ ਕਰਦਾ ਹੈ, ਉਹ ਪਾਰਾ ਹੁੰਦਾ ਹੈ। ਪਾਰੇ ਦੀ ਸਹਾਇਤਾ ਨਾਲ, ਮਰਕਰੀ ਦੀ ਸਹਾਇਤਾ ਨਾਲ ਜੋ ਤਾਪਮਾਨ ਹੈ ਸਰੀਰ ਦਾ, ਉਹ ਮਾਪਿਆ ਜਾਂਦਾ ਹੈ। ਹੁਣ ਬੱਚੇ ਤੁਸੀਂ ਸੋਚ ਰਹੇ ਹੋਵੋਗੇ ਕਿ ਅਧਾਤਾਂ ਦੀ ਗੁਣਾਂ ਦੀ ਜੇ ਗੱਲ ਕਰੀਏ ਕਿ ਸਾਡੇ ਕੋਲ ਅਧਾਤਾਂ ਨਾ ਤਾਂ ਕੁਟੀਨਸ਼ੀਲ ਹਨ, ਨਾ ਖਿਚਣਸ਼ੀਲ ਹਨ, ਨਾ ਉਹ ਬਿਜਲੀ ਦਾ ਚਾਲਨ ਕਰਦੀਆਂ ਹਨ, ਨਾ ਤਾਪ ਦੀਆਂ ਚਾਲਕ ਹਨ, ਤਾਂ ਫਿਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ। ਇਹ ਬਿਲਕੁਲ ਗਲਤ ਹੈ। ਅਧਾਤਾਂ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ। ਤੁਹਾਨੂੰ ਪਤਾ ਹੈ ਸਾਹ ਕਿਰਿਆ ਵਿੱਚ ਅਸੀਂ ਕਿਹੜੀ ਗੈਸ ਅੰਦਰ ਲੈ ਕੇ ਜਾਂਦੇ ਹਾਂ?
हाँ जी, हाँ, ऑक्सीजन। तो ऑक्सीजन जो है एक ਅਧਾਤ ਹੈ, ਉਹਨੂੰ ਅਸੀਂ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਂਦੇ ਹਾਂ ਅਤੇ ਸਾਹ ਲੈਂਦੇ ਹਾਂ ਅਤੇ ਜੀਵਤ ਰਹਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਕਲੋਰੀਨ ਨਾਮ ਦੀ ਧਾਤ ਜੋ ਹੈ ਉਹ ਪਾਣੀ ਦੇ ਸ਼ੁੱਧੀਕਰਨ ਲਈ ਵਰਤੀ ਜਾਂਦੀ ਹੈ। ਨਾਈਟ੍ਰੋਜਨ ਅਤੇ ਫਾਸਫੋਰਸ ਧਾਤ ਦੀ ਵਰਤੋਂ ਖਾਦਾਂ ਵਿੱਚ ਪੌਦਿਆਂ ਦੇ ਵਾਧੇ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਲਫਰ ਨਾਮਕ ਧਾਤ ਦੀ ਵਰਤੋਂ ਪਟਾਕਿਆਂ ਵਿੱਚ ਕੀਤੀ ਜਾਂਦੀ ਹੈ, ਜਿਹੜੇ ਤੁਸੀਂ ਦੀਵਾਲੀ ਨੂੰ ਚਲਾਉਂਦੇ ਹੋ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਗੁਣ ਤੁਸੀਂ ਜੋ ਮੈਂ ਇੱਥੇ ਨਹੀਂ ਲਿਖ ਸਕਿਆ ਜਾਂ ਦੱਸ ਸਕਿਆ, ਜਿਨ੍ਹਾਂ ਬਾਰੇ ਅਸੀਂ ਚਰਚਾ ਨਹੀਂ ਕਰ ਸਕੇ, ਹੋ ਸਕਦਾ ਹੈ ਤੁਹਾਡੇ ਕੋਲ ਤੁਹਾਨੂੰ ਪਤਾ ਹੋਣ। ਇਹਨਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਅਖੀਰ 'ਤੇ ਅਸੀਂ ਦੇਖਾਂਗੇ ਇੱਕ ਵਾਰ ਫਟਾਫਟ ਕਿ ਅਸੀਂ ਇਸ ਅਧਿਆਇ ਦੇ ਵਿੱਚ ਕੀ ਸਿੱਖਿਆ। ਇਸ ਪੇਜ ਦੇ ਉੱਤੇ ਤੁਸੀਂ ਇਹ ਫਟਾਫਟ ਇੱਕ ਰਿਵੀਜ਼ਨ ਦੁਹਰਾਈ ਕਰਨੀ ਹੋਵੇ ਤਾਂ ਇਹ ਬਹੁਤ ਵਧੀਆ ਇਹਨੂੰ ਇਕੱਠਾ ਕਰਕੇ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਤਾਂ ਧਾਤਾਂ ਦੇ ਗੁਣਾਂ ਦੀ, ਭੌਤਿਕ ਗੁਣਾਂ ਦੇ ਵਿੱਚ ਧਾਤਾਂ ਚਮਕੀਲੀਆਂ ਹੁੰਦੀਆਂ ਹਨ, ਜਦਕਿ ਇਹ ਧਾਤਾਂ ਵਿੱਚ ਚਮਕ ਨਹੀਂ ਹੁੰਦੀ। ਦੂਜਾ ਹੈ ਧਾਤਾਂ ਕਠੋਰ ਹੁੰਦੀਆਂ ਹਨ ਅਤੇ ਕੁਟੀਨਸ਼ੀਲ ਹੁੰਦੀਆਂ ਹਨ, ਜਦਕਿ ਧਾਤਾਂ ਨਰਮ ਅਤੇ ਭੁਰਭੁਰੀਆਂ ਹੁੰਦੀਆਂ ਹਨ। ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ, ਜਦਕਿ ਇਹ ਧਾਤਾਂ ਖਿਚੀਣਸ਼ੀਲ ਨਹੀਂ ਹੁੰਦੀਆਂ। ਧਾਤਾਂ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹੁੰਦੀਆਂ ਹਨ ਅਤੇ ਧਾਤਾਂ ਬਿਜਲੀ ਅਤੇ ਤਾਪ ਦਾ ਚਾਲਨ ਨਹੀਂ ਕਰਦੀਆਂ। ਉਸ ਤੋਂ ਬਾਅਦ ਰਸਾਇਣਿਕ ਗੁਣਾਂ ਦੀ ਗੱਲ ਕਰੀਏ, ਧਾਤਾਂ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਧਾਤਵੀ ਆਕਸਾਈਡ ਬਣਾਉਂਦੀਆਂ ਹਨ ਅਤੇ ਧਾਤਾਂ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਧਾਤਵੀ ਆਕਸਾਈਡ ਬਣਾਉਂਦੀਆਂ ਹਨ। ਧਾਤਵੀ ਆਕਸਾਈਡ ਸੁਭਾਅ ਵਿੱਚ ਖਾਰੇ ਹੁੰਦੇ ਹਨ ਅਤੇ ਅਧਾਤਵੀ ਆਕਸਾਈਡ ਸੁਭਾਅ ਵਿੱਚ ਤੇਜ਼ਾਬੀ ਹੁੰਦੇ ਹਨ। ਉਸ ਤੋਂ ਬਾਅਦ ਸੀ ਵੱਧ ਕਿਰਿਆਸ਼ੀਲ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਕਰਦੀਆਂ ਹਨ, ਜਿਵੇਂ ਕਿ ਸੋਡੀਅਮ ਅਤੇ ਪੋਟਾਸ਼ੀਅਮ। ਉਸ ਤੋਂ ਬਾਅਦ ਧਾਤਾਂ ਆਮ ਤੌਰ 'ਤੇ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ। ਧਾਤਾਂ ਤੇਜ਼ਾਬਾਂ ਨਾਲ ਪ੍ਰਤੀਕਿਰਿਆ, ਤੇਜ਼ਾਬਾਂ ਅਤੇ ਖਾਰਾਂ ਨਾਲ ਵੀ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ ਅਤੇ ਹਾਈਡਰੋਜਨ ਗੈਸ ਪੌਪ ਸਾਊਂਡ ਨਾਲ ਬਲਦੀ ਹੈ। ਧਾਤਾਂ ਆਮ ਤੌਰ 'ਤੇ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ। ਧਾਤਾਂ ਦੀ ਖਾਰਾਂ ਨਾਲ ਪ੍ਰਤੀਕਿਰਿਆ ਬਹੁਤ ਹੀ ਕੰਪਲੀਕੇਟਡ ਹੈ, ਗੁੰਝਲਦਾਰ ਹੈ। ਇਹ ਵੱਡੀਆਂ ਕਲਾਸਾਂ ਵਿੱਚ ਤੁਹਾਡੇ ਸਿਲੇਬਸ ਵਿੱਚ ਹੋਵੇਗੀ। ਇਸ ਤੋਂ ਬਾਅਦ ਧਾਤਾਂ ਅਤੇ ਅਧਾਤਾਂ ਦੇ ਸਾਡੇ ਜੀਵਨ ਵਿੱਚ ਬਹੁਤ ਸਾਰੇ ਵੱਖ-ਵੱਖ ਉਪਯੋਗ ਹਨ। ਸੋ ਇਹ ਸੀ ਸਾਡਾ ਪਾਠ ਧਾਤਾਂ ਅਤੇ ਅਧਾਤਾਂ। ਇਸ ਤੋਂ ਇਲਾਵਾ ਬੇਟਾ ਤੁਸੀਂ ਇਹ 2 ਲਿੰਕ ਦਿੱਤੇ ਗਏ ਹਨ। ਇਸ ਵੀਡੀਓ ਵਿੱਚ ਇਹ ਤੁਸੀਂ ਲਿੰਕ ਨਹੀਂ ਖੋਲ੍ਹ ਸਕਦੇ। ਇਹ ਵੀਡੀਓ YouTube ਦੇ ਵਿੱਚ ਅਪਲੋਡ ਹੈ ਅਤੇ YouTube ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ ਦੋਵੇਂ ਲਿੰਕ ਹਨ। ਇੱਕ ਲਿੰਕ ਵਿੱਚ ਧਾਤਾਂ ਦੇ ਭੌਤਿਕ ਗੁਣ ਅਤੇ ਦੂਜੇ ਲਿੰਕ ਵਿੱਚ ਧਾਤਾਂ ਦੇ ਰਸਾਇਣਿਕ ਗੁਣਾਂ ਦੇ ਨਾਲ ਸੰਬੰਧਿਤ ਇੱਕ ਕੁਇਜ਼ ਪੁੱਛਿਆ ਗਿਆ ਹੈ। ਕੁਝ ਸਵਾਲ ਹਨ, ਬਹੁਤ ਹੀ ਮਜ਼ੇਦਾਰ ਕੁਇਜ਼ ਹੈ। ਤੁਸੀਂ ਇਹਨਾਂ ਨੂੰ YouTube ਦੇ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਕਲਿੱਕ ਕਰਕੇ ਵਾਰੀ-ਵਾਰੀ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਚੈਪਟਰ ਬਹੁਤ ਪਸੰਦ ਆਇਆ ਹੋਵੇਗਾ। ਧੰਨਵਾਦ।